ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ। ਤੂੰ ਠਾਕੁਰ ਊਂਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਿਲਾ ਪਹਿਲਾ। ਕਾਇਆ ਕਾਗਦ ਮਨ ਪਰਵਾਨਾ। ਸਿਰ ਕੇ ਲੇਖ ਨਾ ਪੜ੍ਹੇ ਆਣਾ। ਦਰਗਹ ਘੜੀਐ ਤੀਨੇ ਲੇਖ। ਖੋਟਾ ਕਾਮ ਨਾ ਆਵੈ ਬੇਖ। ਨਾਨਕ ਜੇ ਵਿੱਚ ਰੂਪਾ ਹੋਏ। ਖਰਾ ਖਰਾ ਆਖੈ ਸਭ ਕੋਇ ਰਹਾਉ। ਕਾਦੀ ਕੂੜ ਬੋਲ ਮਲ ਖਾਏ। ਬ੍ਰਾਹਮਣ ਨਾਵੈ ਜੀਆਂ ਕਾਏ। ਜੋਗੀ ਜੁਗਤ ਨ ਜਾਣੈ ਅੰਧ। ਤੀਨੇ ਉਜਾੜੇ ਕਾ ਬੰਦ। ਸੋ ਜੋਗੀ ਜੋ ਜੁਗਤ ਪਛਾਨੈ। ਗੁਰ ਪ੍ਰਸਾਦੀ ਏਕੋ ਜਾਣੈ। ਕਾਜੀ ਸੋ ਜੋ ਉਲਟੀ ਕਰੈ। ਗੁਰ ਪ੍ਰਸਾਦੀ ਜੀਵਤ ਮਰੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ। ਆਪ ਧਰੈ ਸਗਲੇ ਕੁਲ ਤਾਰੇ। ਦਾਨਸ਼ਵੰਦ ਸੋਈ ਦਿਲ ਧੋਵੈ। ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪਰਵਾਨ। ਜਿਸ ਸਿਰ ਦਰਗਾਹ ਕਾ ਨਿਸ਼ਾਨ। ਪੜਿਆ ਬੂਝੈ ਸੋ ਪਰਵਾਨ। ਜਿਸ ਸਿਰ ਦਰਗਾਹ ਕਾ ਨਿਸ਼ਾਨ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ। ਆਪਾਂ ਸਾਰੇ ਹੀ ਅੰਮ੍ਰਿਤ ਵੇਲੇ ਦੇ ਜਾਗਣੇ ਜਾਗ ਕੇ ਘਰੋਂ ਘਰੀ ਬੈਠ ਕੇ ਇੱਕ ਬਾਣੀ ਚੈਨਲ ਦੇ ਇਸ ਉਪਰਾਲੇ ਸਦਕਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਪ੍ਰਥਾਏ ਅਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਰਾਹੀਂ ਮਨੁੱਖਤਾ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਆਪਣੇ ਸਾਰੇ ਹੀ ਉਹਨਾਂ ਉਪਦੇਸ਼ਾਂ ਦੇ ਨਾਲ ਜੁੜਨ ਦਾ ਹੀਆ ਕਰਦੇ ਹਾਂ। ਸੋ ਆਓ, ਜਿੱਥੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਆਗਮਨ ਪ੍ਰਕਾਸ਼ ਪਰਬ ਨੂੰ ਸਮਰਪਿਤ ਹੋ ਕੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਆਪਣੇ ਗੁਰੂ ਦੇ ਇਸ ਦਿਹਾੜੇ ਨੂੰ ਬੜੇ ਹੀ ਹਰਸ਼ੋ ਉਲਾਸ ਦੇ ਨਾਲ, ਬੜੇ ਚਾਅ ਦੇ ਨਾਲ ਮਨਾਉਣ ਦਾ ਯਤਨ ਕਰ ਰਹੇ ਆ। ਸੋ ਆਓ, ਜੋ ਲੜੀ ਆਪ ਜੀ ਨਾਲ ਆਰੰਭ ਕੀਤੀ ਸੀ, ਉਸ ਦੇ ਪ੍ਰਥਾਏ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਜੀਵਨ ਅਤੇ ਸਤਿਗੁਰੂ ਜੀ ਨੇ ਜੋ ਬਾਣੀ ਰਾਹੀਂ ਸਾਨੂੰ ਉਪਦੇਸ਼ ਦਿੱਤੇ ਹਨ, ਆਓ ਉਸ ਨੂੰ ਸਮਝਣ ਦਾ ਯਤਨ ਕਰੀਏ ਤਾਂ ਕਿ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੱਲੋਂ ਘਾਲੀਆਂ ਹੋਈਆਂ ਘਾਲਨਾਵਾਂ ਜੋ ਸਾਨੂੰ ਸਤਿਗੁਰੂ ਜੀ ਨੇ ਨਿਰਮਲ ਪੰਥ ਬਖਸ਼ਿਸ਼ ਕੀਤਾ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਮਨੁੱਖਤਾ ਨੂੰ ਇਹ ਦੇਣ ਦਿੱਤੀ ਹੈ, ਅਸੀਂ ਸਾਰੇ ਇਸ ਤੋਂ ਲਾਹਾ ਪ੍ਰਾਪਤ ਕਰ ਸਕੀਏ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ, ਫਿਰ ਵਿਚਾਰਾਂ ਦੀ ਆਰੰਭਤਾ ਕਰਦੇ ਹਾਂ। ਸੋ ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਆਗਮਨ ਪ੍ਰਕਾਸ਼ ਪਰਬ ਨੂੰ ਸਮਰਪਿਤ ਆਪਾਂ ਇਹ ਜੋ ਪ੍ਰੋਗਰਾਮ ਜੋ ਲੜੀਵਾਰ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਆਪਾਂ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੋ ਜੀਵਨ ਸੀ, ਸਤਿਗੁਰੂ ਜੀ ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਜੋ ਪ੍ਰਕਾਸ਼,
ਔਰ ਉਸ ਦੇ ਵਿੱਚ ਸਤਿਗੁਰੂ ਜੀ ਨੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਸਤਿਗੁਰੂ ਜੀ ਨੇ 32 ਵਰ੍ਹੇ ਆਪਣੇ ਜੀਵਨ ਦੇ ਸਤਿਗੁਰੂ ਜੀ ਨੇ ਇਸ ਸਥਾਨ ਦੇ ਉੱਤੇ ਗੁਜ਼ਾਰੇ ਹਨ। ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਕੌਤਕ ਇਸ ਸਥਾਨ ਦੇ ਉੱਤੇ ਵਰਤਾਏ, ਅਸੀਂ ਆਮ ਸਾਖੀਆਂ ਦੇ ਰੂਪ ਵਿੱਚ ਸਰਵਣ ਕਰਦੇ ਹਾਂ, ਪੜ੍ਹਦੇ ਹਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਕਿ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਰੱਬ ਦਾ ਆਪ ਰੂਪ ਸਨ। ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸ ਰੱਬ ਪਰਮਾਤਮਾ ਪਰਮੇਸ਼ਵਰ ਨੇ ਇਸ ਸੰਸਾਰ ਦੇ ਵਿੱਚ ਭੇਜਿਆ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਤਿਗੁਰੂ ਜੀ ਨੂੰ ਇਸ ਸੰਸਾਰ ਵਿੱਚ ਭੇਜਿਆ ਤਾਂ ਕਿ ਆਮ ਲੋਕ ਜਿਹੜੇ ਧਰਮ ਦੀ ਰਾਹ ਛੱਡ ਚੁੱਕੇ ਸਨ, ਜਿਨ੍ਹਾਂ ਦੇ ਜੀਵਨ ਦੇ ਵਿੱਚ ਖਲਾਅ ਆ ਚੁੱਕਾ ਸੀ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੇ ਜੀਵਨ ਵੇਖੇ। ਜਿਹੜੇ ਧਰਮ ਦੇ ਨਾਂ ਦੇ ਉੱਤੇ ਕਰਮਕਾਂਡ, ਧਰਮ ਦੇ ਨਾਂ ਦੇ ਉੱਤੇ ਪਖੰਡ ਜੋ ਮਨੁੱਖਤਾ ਨੂੰ ਰੱਬ ਪਰਮਾਤਮਾ ਪਰਮੇਸ਼ਵਰ ਤੋਂ ਦੂਰ ਕਰ ਰਹੀਆਂ ਸਨ, ਸਤਿਗੁਰੂ ਜੀ ਨੇ ਅਸਲ ਮਾਇਨੇ ਵਿੱਚ ਧਰਮ ਦੇ ਅਰਥ ਸਾਡੇ ਨਾਲ ਸਾਂਝੇ ਕੀਤੇ। ਔਰ ਉਹ ਜਿਹੜੀਆਂ ਬਖਵੇ ਮਨੁੱਖ ਵਿੱਚ ਅਤੇ ਰੱਬ ਵਿੱਚ ਪਿਆ ਹੋਇਆ ਸੀ, ਸਤਿਗੁਰੂ ਜੀ ਨੇ ਉਸ ਨੂੰ ਮਿਟਾਉਣ ਦੇ ਲਈ ਮਨੁੱਖਤਾ ਦੀ ਝੋਲੀ ਵਿੱਚ ਸ਼ਬਦ ਦਾ ਸਿਧਾਂਤ ਰੱਖ ਕੇ ਅਤੇ ਮਨੁੱਖ ਨੂੰ ਜੀਵਨ ਜੀਣ ਦੀ ਜਾਚ ਦੱਸੀ। ਅਸੀਂ ਕੱਲ੍ਹ ਵੇਖਿਆ ਸੀ ਪਿਛਲੇ ਦੀਵਾਨ ਦੇ ਵਿੱਚ ਕਿ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਸਤਿਗੁਰੂ ਜੀ ਨੇ ਜਨੇਊ ਦਾ ਜੋ ਅਸਲ ਅਰਥ ਸਨ ਸਾਡੇ ਨਾਲ ਸਾਂਝੇ ਕੀਤੇ ਅਤੇ ਪੰਡਿਤ ਹਰਦਿਆਲ ਜੀ ਨੂੰ ਇਹ ਗੱਲ ਸਮਝਾਈ ਕਿ ਭਾਈ ਇਹ ਜਨੇਊ ਜੀ ਕਾ ਹੈ ਹੀ ਤਾਂ ਭਾਂਦੇ ਘੱਤ, ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਜਲੇ ਨਾ ਜਾਏ। ਨਾ ਇਹ ਟੁੱਟੇਗਾ, ਨਾ ਇਹ ਸੜੇਗਾ, ਨਾ ਇਹ ਖਰਾਬ ਹੋਏਗਾ, ਨਾ ਇਸ ਨੂੰ ਬਦਲਣ ਦੀ ਲੋੜ ਪਵੇਗੀ। ਅਸਲ ਦੇ ਵਿੱਚ ਇਹ ਜਨੇਊ ਅਸੀਂ ਧਾਰਨ ਕਰਨਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਤਰਫ ਜਿਸ ਵੇਲੇ ਇਸ ਸਮੁੱਚੀ ਮਨੁੱਖਤਾ ਨੂੰ ਇਹ ਗਿਆਨ ਬਖਸ਼ਿਸ਼ ਦੇ ਰਹੇ ਸਨ, ਪਰ ਉਸ ਵੇਲੇ ਜਿਹੜੇ ਲੋਕ ਧਰਮ ਦੇ ਨਾਂ ਦੇ ਉੱਤੇ ਪਖੰਡਵਾਦ ਆਪਣੇ ਜੀਵਨ ਦਾ ਜੋ ਸਿਸਟਮ, ਜੋ ਆਪਣੀ ਨਿਰਵਾਹ ਦਾ ਸਿਸਟਮ ਚਲਾ ਰਹੇ ਸਨ ਧਰਮ ਦੇ ਨਾਂ ਦੇ ਉੱਤੇ, ਉਹਨਾਂ ਨੂੰ ਗੁਰੂ ਨਾਨਕ ਬਾਬੇ ਦੀ ਇਹ ਗੱਲ ਚੰਗੀ ਨਹੀਂ ਲੱਗੀ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਥਾਏ ਉਹਨਾਂ ਨੇ ਪ੍ਰੋਪੋਗੰਡੇ ਵੀ ਕੀਤੇ। ਗੁਰੂ ਨਾਨਕ ਬਾਬੇ ਨੂੰ ਉਹਨਾਂ ਲੋਕਾਂ ਨੇ ਹੀ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਭੂਤਨਾ ਤੇ ਬੇਤਾਲਾ ਵੀ ਆਖਿਆ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਵਿੱਚ ਜਦੋਂ ਅਸੀਂ ਉਹਨਾਂ ਦੀ ਜੀਵਨ ਦੀਆਂ ਕੁਝ ਘਟਨਾਵਾਂ ਪੜ੍ਹਦੇ ਹਾਂ ਅਤੇ ਜੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਜੋ ਕਮਾਇਆ, ਜੋ ਸਾਡੇ ਸਾਹਮਣੇ ਪੇਸ਼ ਕੀਤਾ ਅਤੇ ਜਿਹੜਾ ਗੁਰਬਾਣੀ ਰੂਪ ਵਿੱਚ ਸਾਨੂੰ ਸਤਿਗੁਰੂ ਜੀ ਨੇ ਖਜ਼ਾਨਾ ਬਖਸ਼ਿਸ਼ ਕੀਤਾ, ਇਹ ਸਾਰਾ ਕੁਝ ਜਦੋਂ ਅਸੀਂ ਸਾਰਾ ਵੇਖਣ ਦਾ ਯਤਨ ਕਰਦੇ ਹਾਂ ਅਤੇ ਜੀਵਨ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਸੱਚ ਪ੍ਰਗਟ ਕੀਤਾ, ਇਹ ਉਹਨਾਂ ਨੂੰ ਗਵਾਰਾ ਨਹੀਂ ਸੀ। ਅਸੀਂ ਸਤਿਗੁਰੂ ਜੀ ਦੇ ਜੀਵਨ ਦੇ ਵਿੱਚੋਂ ਪੜ੍ਹਦੇ ਹਾਂ ਕਿ ਉਹਨਾਂ ਨੇ ਜਿਸ ਵੇਲੇ ਬਟਾਲੇ ਦੀ ਧਰਤੀ 'ਤੇ ਆਨੰਦ ਕਾਰਜ ਦੇ ਲਈ, ਵਿਆਹ ਦੇ ਲਈ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਏ ਨੇ। ਅਸੀਂ ਅਕਸਰ ਪੜ੍ਹਿਆ ਕਿ ਉੱਥੇ ਬਟਾਲੇ ਜਿਹੜੀ ਕੰਧ ਸੀ ਉਹ ਗੁਰੂ ਨਾਨਕ ਬਾਬੇ ਦੇ ਉੱਤੇ ਡੇਗ ਕੇ ਅਤੇ ਗੁਰੂ ਨਾਨਕ ਬਾਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੇਸਿਕਲੀ ਉਹ ਲੋਕ ਸੱਚ ਨੂੰ ਮੁਕਾਉਣਾ ਚਾਹੁੰਦੇ ਸਨ, ਸੱਚ ਖਤਮ ਕਰਨਾ ਚਾਹੁੰਦੇ ਸਨ। ਪਹਿਲਾਂ ਤਾਂ ਉਹਨਾਂ ਦੇ ਮਨ ਵਿੱਚ ਇਹ ਤੋਖਲਾ ਸੀ ਕਿ ਜੇ ਪੁਰਾਤਨ ਰੀਤਾਂ ਨੂੰ, ਰਿਵਾਜ਼ਾਂ ਨੂੰ ਗੁਰੂ ਨਾਨਕ ਬਾਬਾ ਖਤਮ ਕਰ ਰਿਹਾ ਹੈ ਅਤੇ ਮਹਿਤਾ ਕਲਿਆਣਦਾਸ ਦੇਖਾਂਗੇ ਅਸੀਂ ਕਿ ਮਹਿਤਾ ਕਲਿਆਣਦਾਸ ਆਪਣੇ ਪੁੱਤਰ ਦਾ ਵਿਆਹ ਬੇਦੀ ਤੋਂ ਬਿਨਾਂ ਕਿਵੇਂ ਕਰਦਾ ਹੈ। ਅਤੇ ਜਿਸ ਵੇਲੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਓਂਕਾਰ ਦਾ ਇੱਕ ਪੰਨੇ ਦੇ ਉੱਤੇ ਲਿਖ ਕੇ ਇੱਕ ਉੱਚੀ ਪੀੜੇ 'ਤੇ ਰੱਖ ਕੇ ਅਤੇ ਇੱਕ ਓਂਕਾਰ ਦੀ ਪਰਿਕਰਮਾ ਕੀਤੀ, ਉਹਨਾਂ ਨੇ ਕਿਹਾ, ਉਹਨਾਂ ਦੇ ਮਨ ਵਿੱਚ ਇਹ ਤੋਖਲਾ, ਉਹਨਾਂ ਦੇ ਮਨ ਵਿੱਚ ਇਹ ਈਰਖਾ ਕਿ ਗੁਰੂ ਨਾਨਕ ਨੇ ਤਾਂ ਰਾਹ ਹੋਰ ਲੱਭ ਲਿਆ ਹੈ। ਕਹਿੰਦੇ ਹੁਣ ਸਾਡੇ ਬਰਦਾਸ਼ਤ ਤੋਂ ਬਾਹਰ ਹੈ। ਅਸੀਂ ਬੜਾ ਲੰਮਾ ਸਮਾਂ ਇੰਤਜ਼ਾਰ ਕੀਤਾ, ਗੁਰੂ ਨਾਨਕ ਬਾਬੇ 'ਤੇ ਇਹ ਕੰਧ ਸੁੱਟ ਕੇ ਇਸ ਖੇਡ ਨੂੰ ਮੁਕਾ ਦਿੱਤਾ ਜਾਏ। ਉਹ ਕੰਧ ਮੈਂ ਅਕਸਰ ਬੇਨਤੀ ਕਰਿਆ ਕਰਦਾ ਕਿ ਅੱਜ ਵੀ ਜਦੋਂ ਅਸੀਂ ਬਟਾਲਾ ਕੰਧ ਸਾਹਿਬ ਗੁਰਦੁਆਰੇ ਦਰਸ਼ਨ ਕਰਨ ਜਾਈਏ ਅਤੇ ਜਦੋਂ ਅਸੀਂ ਉਸ ਕੰਧ ਨੂੰ ਵੇਖੀਏ ਅਤੇ ਕਦੇ ਮਨ ਦੇ ਕੰਨ ਲਾ ਕੇ ਉਸ ਕੰਧ ਦੇ ਅੰਦਰ ਉਸ ਦੇ ਚੀਖ ਚਿਹਾੜੇ ਸੁਣਨ ਦੀ ਕੋਸ਼ਿਸ਼ ਕਰਿਓ। ਉਹ ਕੰਧ ਅੱਜ ਵੀ ਕਹਿ ਰਹੀ ਹੈ, ਉਹ ਅੱਜ ਵੀ ਕੰਧ ਪੁਕਾਰ ਕੇ ਕਹਿ ਰਹੀ ਹੈ ਕਿ ਮੈਂ ਇੱਕ ਦਿਨ ਇੱਕ ਸੱਚ ਦੀ ਆਵਾਜ਼ ਨੂੰ, ਇੱਕ ਰੱਬੀ ਨੂਰ ਨੂੰ ਮਿਟਾਉਣ ਦਾ ਯਤਨ ਕੀਤਾ ਸੀ। ਮੇਰੇ ਤੋਂ ਕਿਸੇ ਨੇ ਇਹ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸੱਚ ਦੀ ਆਵਾਜ਼ ਬੰਦ ਹੋ ਜਾਏ, ਪਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚ ਰੂਪ ਵਿੱਚ ਦੁਨੀਆ ਵਿੱਚ ਵਿਚਰ ਰਹੇ ਸਨ।
ਕਿਉਂਕਿ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਕੋਲ ਜੁਗਤ ਸੀ, ਸ਼ਬਦ ਸੀ। ਸਤਿਗੁਰੂ ਜੀ ਜਿਹਦੇ ਨਾਲ ਵਿਚਾਰ ਕਰਦੇ ਸਨ, ਉਹ ਵਿਚਾਰ ਵਟਾਂਦਰਾ ਕਰਕੇ ਸਤਿਗੁਰੂ ਡਾਇਲੋਗ ਕਰਦੇ ਸਨ, ਉਸ ਦੀ ਸੰਤੁਸ਼ਟੀ ਕਰਾਉਂਦੇ ਸਨ। ਕਿਉਂਕਿ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਨੁੱਖਤਾ ਨੂੰ ਜਿਹੜਾ ਉਪਦੇਸ਼ ਦੇ ਰਹੇ ਸਨ, ਜੋ ਸ਼ਬਦ ਨੂੰ ਨਾਲ ਨਾਲ ਲੈਂਦੇ ਚੱਲੀਏ ਕਿ ਨਾਨਕ ਜੇ ਵਿੱਚ ਰੂਪਾ ਹੋਏ ਤਾਂ ਖਰਾ ਖਰਾ ਆਖੇ ਸਭ ਕੋਏ। ਸਤਿਗੁਰੂ ਜੀ ਨੇ ਦੁਨਿਆਵੀ ਸਿੱਕੇ ਦੀ ਉਦਾਹਰਨ ਦਿੱਤੀ, ਦੁਨਿਆਵੀ ਕਰੰਸੀ ਦੀ ਉਦਾਹਰਨ ਦੇ ਦਿੱਤੀ। ਕਹਿੰਦੇ ਜੇ ਚਾਂਦੀ ਦੀ ਮਿਕਦਾਰ ਸਿੱਕੇ ਦੇ ਵਿੱਚ ਹੋਵੇ, ਜੇ ਚਾਂਦੀ ਦੀ ਤਾਰ ਸਿੱਕੇ ਨੋਟ ਦੇ ਵਿੱਚ ਹੋਵੇ ਤੇ ਅਸੀਂ ਸਾਰੇ ਕਹਿ ਦਿੰਦੇ ਹਾਂ ਉਹ ਠੀਕ ਹੈ, ਉਹ ਅਸਲੀ ਹੈ, ਇਹ ਨਕਲੀ ਨਹੀਂ ਹੈ। ਤੇ ਜੇਕਰ ਭਲਿਓ ਚਾਂਦੀ ਨਾ ਹੋਵੇ ਤੇ ਅਸੀਂ ਕਹਿੰਦੇ ਹਾਂ ਇਹ ਨੋਟ ਨਕਲੀ ਹੈ। ਸਤਿਗੁਰੂ ਜੀ ਨੇ ਉਦਾਹਰਨ ਇਹ ਦਿੱਤੀ ਤੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਮਨੁੱਖ ਅਸਲ ਦੇ ਵਿੱਚ ਇਨਸਾਨ ਇਨਸਾਨੀਅਤ ਕਰਕੇ ਹੈ। ਜੇ ਇਨਸਾਨ ਦੇ ਵਿੱਚ ਇਨਸਾਨੀਅਤ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਤਾਂ ਉਹ ਇਨਸਾਨ ਹੈ। ਮਤਲਬ ਇਹ ਨਾ ਹੋਵੇ ਕਿ ਜੇ ਬੰਦੇ ਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਏ ਤੇ ਫਿਰ ਇਨਸਾਨ ਨਹੀਂ ਰਹੇਗਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸਤਿਗੁਰੂ ਜੀ ਕਹਿਣ ਲੱਗੇ ਬੰਦਾ ਰੱਬ ਪਰਮਾਤਮਾ ਪਰਮੇਸ਼ਵਰ ਦਾ ਬਣਾਇਆ ਹੋਇਆ ਇੱਕ ਸਰਮੋਰ ਪ੍ਰਵਾਨੀ ਹੈ। ਮਨੁੱਖ ਦੇ ਅੰਦਰ ਰੱਬ ਪਰਮਾਤਮਾ ਪਰਮੇਸ਼ਵਰ ਨੇ ਗੁਣ ਘੜ ਕੇ ਇਸ ਨੂੰ ਭੇਜਿਆ ਹੈ। ਮਨੁੱਖ ਦੇ ਅੰਦਰ ਪ੍ਰਭੂ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ ਰੂਪੀ ਮੋਤੀ ਪਾਏ ਹਨ। ਤੇ ਇਹ ਜਿਹੜੇ ਮੋਤੀ ਨੇ, ਜੇ ਇਹ ਮਨੁੱਖ ਆਪਣੇ ਜੀਵਨ ਦੇ ਵਿੱਚ ਉਜਾਗਰ ਕਰਕੇ ਵਰਤੋਂ ਵਿੱਚ ਲਿਆ ਰਿਹਾ ਤੇ ਸਮਝ ਲਓ ਕਿ ਇਹ ਖਰਾ ਹੈ। ਜਿਵੇਂ ਸਿੱਕੇ ਦੇ ਵਿੱਚ ਚਾਂਦੀ ਹੈ ਤੇ ਸਿੱਕਾ ਖਰਾ ਹੈ, ਜੇ ਸਿੱਕੇ ਦੇ ਵਿੱਚ ਚਾਂਦੀ ਨਹੀਂ ਹੈ ਤੇ ਸਿੱਕਾ ਖੋਟਾ ਹੈ। ਇਸੇ ਤਰ੍ਹਾਂ ਮਨੁੱਖਾ, ਜੇ ਤੇਰੇ ਅੰਦਰ ਰੱਬੀ ਗੁਣ ਨਾਲ ਤੂੰ ਸਰਸ਼ਾਰ ਹੈ, ਭਰਪੂਰ ਹੈ ਤੇ ਭਲਿਆ ਤੂੰ ਵੀ ਆਪਣੇ ਜੀਵਨ ਦੇ ਵਿੱਚ ਇਨਸਾਨ ਹੈ, ਰੱਬ ਰੂਪ ਕਦੇ ਤੂੰ ਹੋ ਸਕਦਾ ਹੈ। ਤੇ ਜੇ ਅੰਦਰ ਪ੍ਰਭੂ ਪਰਮਾਤਮਾ ਪਰਮੇਸ਼ਵਰ ਦੇ ਗੁਣਾਂ ਦੀ ਵਰਤੋਂ ਨਹੀਂ ਹੈ, ਉਹਦੇ ਉੱਤੇ ਤੂੰ ਆਪਣੇ ਵਿਕਾਰਾਂ ਦਾ ਪਰਦਾ ਪਾ ਕੇ ਬੈਠਾ ਹੋਇਆ ਹੈ ਤੇ ਸਮਝ ਲਈ ਤੇਰੇ ਅੰਦਰ ਇਨਸਾਨੀਅਤ ਨਹੀਂ ਹੈ। ਫਿਰ ਕਰਤੂਤ ਕੰਮ ਤੇਰੇ ਮਾੜੇ ਹੋਣਗੇ। ਬੇਸ਼ੱਕ ਤੂੰ ਇਹ ਗੱਲ ਆਖੇ ਕਿ ਮੈਂ ਬੰਦਾ ਹਾਂ, ਮੈਂ ਬੰਦਾ ਜਾਤ ਵਿੱਚ ਹਾਂ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਨੁੱਖਤਾ ਨੂੰ ਇਹ ਉਪਦੇਸ਼ ਦਿੰਦਿਆਂ ਸਮਝਾਉਂਦਿਆਂ ਸਤਿਗੁਰੂ ਜੀ ਨੇ ਆਪਣੇ ਜੀਵਨ ਦਾ ਬੜਾ ਅਮੋਲਕ ਸਮਾਂ ਉਸ ਜਗ੍ਹਾ ਦੇ ਉੱਤੇ, ਉਸ ਸਥਾਨ ਦੇ ਉੱਤੇ ਰਾਏ ਭੋਏ ਦੀ ਤਲਵੰਡੀ, ਜਿੱਥੇ ਰਾਏ ਬੁਲਾਰ ਆਪ ਜਿਸ ਦਾ ਮਾਲਕ ਸੀ, ਉਸ ਸਥਾਨ ਤੇ ਕੱਢੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਧਰਤੀ ਦੇ ਉੱਤੇ ਵਪਾਰ ਵੀ ਕੀਤਾ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਧਰਤੀ ਦੇ ਉੱਤੇ ਮੱਝਾਂ ਵੀ ਗੁਰੂ ਨਾਨਕ ਬਾਬਾ ਚਾਰਿਆ ਕਰਦੇ ਸਨ। ਸਾਰੇ ਕਾਰਜ ਜੋ ਕਰਦੇ ਸਨ ਉਹ ਸਭ ਕੁਝ ਗੁਰੂ ਨਾਨਕ ਬਾਬੇ ਨੇ ਕੀਤਾ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਹੀ ਧਰਤੀ ਤੇ ਤਾਲੀਮ ਵੀ ਪ੍ਰਾਪਤ ਕੀਤੀ। ਅਸੀਂ ਜ਼ਿਕਰ ਕੀਤਾ ਸੀ ਗੋਪਾਲ ਪਾਂਧਾ, ਪੰਡਿਤ ਬ੍ਰਿਜਨਾਥ, ਪੰਡਿਤ ਹਰਦਿਆਲ, ਮੌਲਵੀ ਕੁਤੁਬਦੀਨ, ਇਹ ਸਾਰੇ ਗੁਰੂ ਨਾਨਕ ਬਾਬੇ ਦੇ ਨੂੰ ਪੜ੍ਹਾਉਣ ਦੇ ਲਈ ਦੁਨਿਆਵੀ ਪੜ੍ਹਾਈ ਵੀ ਨਾ ਕਰਵਾਈ। ਬੇਸ਼ੱਕ ਅਧਿਆਤਮਿਕ ਜੀਵਨ ਗੁਰੂ ਨਾਨਕ ਬਾਬੇ ਨੇ ਇਹਨਾਂ ਨੂੰ ਸਿਖਾਇਆ, ਅਸਲ ਅਰਥ ਗੁਰੂ ਨਾਨਕ ਬਾਬੇ ਨੇ ਪੜ੍ਹਾਈ ਦੇ ਇਹਨਾਂ ਨੂੰ ਦੱਸੇ, ਲੇਕਿਨ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇਹਨਾਂ ਦੇ ਕੋਲ ਪੜ੍ਹਨੇ ਵੀ ਗਏ ਨੇ। ਫਿਰ ਇਤਿਹਾਸ ਦੇ ਪੰਨਿਆਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ ਕਿ ਹੁਣ ਦੁਨੀਆ ਦੇ ਵਿੱਚ ਇੱਥੋਂ ਨਿਕਲਣ ਦਾ ਮੌਕਾ ਆ ਰਿਹਾ ਹੈ, ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈਆ ਜੈ ਰਾਮ, ਜਿਹੜੇ ਕਿ ਬੇਬੇ ਨਾਨਕੀ ਦੇ ਪਤੀ ਨੇ, ਉਹ ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਨ ਦੇ ਕੋਲ ਕੰਮ ਕਰਦੇ ਨੇ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਆਪਣੇ ਪਾਸ ਬੁਲਾਇਆ ਕਿ ਤੁਸੀਂ ਇੱਥੇ ਆਓ। ਭਾਈ ਮਰਦਾਨੇ ਜੀ ਨੂੰ ਨਾਲ ਲਿਆ। ਮੈਂ ਜ਼ਿਕਰ ਕਰਦੇ ਵਾਂ, ਭਾਈ ਮਰਦਾਨੇ ਦੇ ਨਾਲ ਵੀ ਗੁਰੂ ਨਾਨਕ ਬਾਬੇ ਦੀ ਜਿਹੜੀ ਮੁਲਾਕਾਤ ਸੀ, ਐਸੇ ਹੀ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਗੁਰੂ ਨਾਨਕ ਬਾਬੇ ਨਾਲ ਹੋਈ ਸੀ, ਕਿਉਂਕਿ 10 ਸਾਲ ਭਾਈ ਮਰਦਾਨਾ ਜੀ ਗੁਰੂ ਨਾਨਕ ਬਾਬੇ ਤੋਂ ਵੱਡੇ ਨੇ। ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਦੀ ਇੱਕ ਦਿਨ ਰਵਾਬ ਸੁਣੀ ਹੈ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਤੇ ਬੜੇ ਰਵਾਬ ਸੁਣ ਕੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਉਹ ਆਵਾਜ਼ ਸੁਣੀ ਤੇ ਗੁਰੂ ਨਾਨਕ ਬਾਬਾ ਗਏ ਉਹਨਾਂ ਦੇ ਕੋਲ ਤੇ ਕਹਿਣ ਲੱਗੇ, ਭਾਈ ਮਰਦਾਨਿਆ ਤੂੰ ਰਵਾਬ ਬੜੀ ਭਲੀ ਵਜਾਉਂਦਾ, ਤੈਨੂੰ ਤੇ ਸੁਰਾਂ ਦਾ ਬਹੁਤ ਗਿਆਨ ਹੈ, ਤੈਨੂੰ ਤੇ ਰਾਗ ਕਲਾ ਤੈਨੂੰ ਸਾਰੀ ਆਉਂਦੀ ਹੈ। ਤੇ ਉਹ ਕਹਿਣ ਲੱਗੇ, ਅਸੀਂ ਮਿਰਾਸ਼ੀ ਹੁੰਨੇ ਹਾਂ, ਅਸੀਂ ਲੋਕਾਂ ਦੇ ਘਰਾਂ ਵਿੱਚ ਅਸੀਂ ਵੱਡੇ ਰਾਜਿਆਂ ਮਹਾਰਾਜਿਆਂ ਦੇ ਸੋਹਲੇ ਗਾ ਕੇ ਤੇ ਅਸੀਂ ਆਪਣੀ ਉਪਜੀਵਿਕਾ ਚਲਾਉਂਦੇ ਹਾਂ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ, ਤੁਹਾਡਾ ਨਾਂ ਕੀ ਹੈ? ਅਸਲ ਦੇ ਵਿੱਚ ਨਾਂ ਪੁੱਛਿਆ ਤੇ ਕਹਿੰਦੇ ਮੇਰਾ ਨਾਮ ਹੈ ਦਾਨਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੈਨੂੰ ਜਿਤਨੀ ਭਲੀ ਰਾਗਾਂ ਦੀ ਸੋਝੀ ਹੈ, ਜੇ ਤੂੰ ਗੁਰੂ ਦਾ ਸ਼ਬਦ ਇਹਦੇ ਵਿੱਚ ਮਿਲਾ ਕੇ ਇਹ ਰਾਗ ਗਾਏ ਤੇ ਤੂੰ
ਦਾਨੇ ਤੂੰ ਮਰਦਾਨਾ ਹੋ ਸਕਦਾ ਹੈ, ਭਾਵ ਤੂੰ ਸੂਰਮਾ ਬਣ ਸਕਦਾ ਹੈ, ਤੂੰ ਸੁਚੱਜਾ ਬਣ ਸਕਦਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਦਾਨੇ ਤੂੰ ਭਾਈ ਮਰਦਾਨਾ ਬਣਾ ਕੇ ਆਪਣਾ ਭਾਈ ਕਹਿ ਕੇ ਸੰਬੋਧਨ ਕੀਤਾ ਤੇ ਉਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਚੱਲੇ। ਮੈਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਜ਼ਿਕਰ ਕਰਦਾ ਜਾਵਾਂ, ਗੁਰੂ ਨਾਨਕ ਬਾਬੇ ਦਾ ਸੰਗ 50 ਤੋਂ 52 ਸਾਲ ਭਾਈ ਮਰਦਾਨੇ ਜੀ ਨੇ ਕੀਤਾ ਹੈ। ਔਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਰਹਿੰਦਿਆਂ ਹੋਇਆਂ ਭਾਈ ਮਰਦਾਨਾ ਜੀ ਨੇ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਉਪਦੇਸ਼ ਦਿੱਤੇ ਸਨ ਉਹ ਨਾਲ ਕਮਾਏ ਨੇ। ਅਸੀਂ ਇਤਿਹਾਸ ਪੜ੍ਹਦੇ ਹਾਂ ਕਿ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਜਿਹੜੇ ਉਪਦੇਸ਼ ਵੀ ਦਿੱਤੇ ਸਨ, ਸਭ ਤੋਂ ਮੁੱਢਲੇ ਉਪਦੇਸ਼ ਦਸਤਾਰ ਸਜਾਉਣੀ, ਰੱਬ ਪਰਮਾਤਮਾ ਪਰਮੇਸ਼ਵਰ ਦੀ ਕੀਰਤੀ ਕਰਨੀ, ਇੱਕ ਦੇ ਸੋਹਿਲੇ ਗਾਣੇ, ਇੱਕ ਸ਼ਬਦ ਵਿੱਚ ਲਿਵ ਜੋੜਨੀ, ਉਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੇ ਵਿੱਚ ਜਾਂਦੇ ਨੇ, ਜਿੱਥੇ ਸਤਿਗੁਰੂ ਜੀ ਨੇ ਮੋਦੀ ਦੀ ਕਾਰ ਕੀਤੀ। ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੋਦੀ ਦੀ ਕਾਰ ਕਰਦਿਆਂ ਸਤਿਗੁਰੂ ਜੀ ਨੇ ਉਸ ਅਸਥਾਨ ਦੇ ਉੱਤੇ ਵੀ ਜਿਹੜੇ ਬੇਈਮਾਨ ਲੋਕ ਸਨ, ਜਿਹੜੇ ਧੋਖਾਧੜੀ ਕਰਨ ਵਾਲੇ ਸਨ, ਉਹਨਾਂ ਨੂੰ ਗਵਾਰਾ ਨਹੀਂ ਹੋਇਆ ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਤੀ ਉਹਨਾਂ ਵੀ ਬੜੇ ਸਰਕਾਰ ਦੇ ਅੱਗੇ, ਜੋ ਨਵਾਬ ਦੇ ਅੱਗੇ ਜਾ ਕੇ ਉਹਨਾਂ ਨੇ ਝੂਠੇ ਸ਼ਿਕਾਇਤਾਂ ਪੇਸ਼ ਕੀਤੀਆਂ। ਤੇ ਜਿਸ ਵੇਲੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੋਇਆ, ਮੋਦੀ ਸਭ ਤੋਂ ਇੱਕ ਜੋ ਡਿਪਾਰਟਮੈਂਟ ਸੀ, ਇੱਕ ਅਹਿਮ ਡਿਪਾਰਟਮੈਂਟ ਹੁੰਦਾ ਹੈ ਜਿਹਨੂੰ ਅਸੀਂ ਫਿਨਾਂਸ ਦਾ ਡਿਪਾਰਟਮੈਂਟ ਕਹਿੰਦੇ ਹਾਂ, ਕਿਉਂਕਿ ਉਸ ਵੇਲੇ ਮੋਹਰਾਂ ਨਹੀਂ, ਉਸ ਵੇਲੇ ਕਰੰਸੀ ਦਾ ਫਲੋ ਨਹੀਂ ਸੀ, ਜਿਹੜੀ ਜਿਨਸ ਦੇ ਰੂਪ ਵਿੱਚ ਹੀ ਲੋਕ ਇੱਕ ਚੀਜ਼ ਦੇ ਕੇ ਦੂਜੀ ਚੀਜ਼ ਲੈਂਦੇ ਸਨ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਜਿਹੜੀ ਉਹਨਾਂ ਦੀ ਸੈਲਰੀ ਹੁੰਦੀ ਸੀ ਉਹ ਵੀ ਉਸੇ ਹੀ ਜਿਨਸ ਵਿੱਚ ਰਹਿਣ ਦਿੰਦੇ ਸਨ, ਤੇ ਜੇ ਕੋਈ ਜ਼ਰੂਰਤਮੰਦ ਆਉਂਦਾ ਸੀ ਤੇ ਉਸ ਦੀ ਜ਼ਰੂਰਤ ਪੂਰੀ ਕਰਦੇ ਸਨ। ਖੈਰ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਵੇਈ ਨਦੀ ਦੇ ਕੰਢੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਤਸੰਗ ਦਾ ਇੱਕ ਬਹੁਤ ਵੱਡਾ ਸਰੋਵਰ ਤਿਆਰ ਕੀਤਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਪਹਿਰ ਰਾਤ ਰਹਿੰਦੇ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਕੇ ਸਤਨਾਮ ਦੀ ਧੁਨੀ ਵਿੱਚ ਜੁੜਦੇ ਨੇ। ਭਾਈ ਮਰਦਾਨਾ ਰਵਾਬ ਵਜਾਉਂਦੇ ਨੇ, ਪ੍ਰਭੂ ਦੀ ਕੀਰਤੀ ਕੀਤੀ ਜਾਂਦੀ ਹੈ, ਰੱਬ ਪਰਮਾਤਮਾ ਪਰਮੇਸ਼ਵਰ ਦੇ ਨਾਮ ਨਾਲ ਜੁੜਿਆ ਜਾਂਦਾ। ਔਰ ਇੱਥੇ ਹੀ ਭਾਈ ਭਗੀਰਥ ਅਤੇ ਭਾਈ ਮਨਸੁਖ ਵਰਗੇ ਗੁਰੂ ਦੇ ਸਿੱਖ ਗੁਰੂ ਦੇ ਚਰਨੀ ਲੱਗੇ ਤੇ ਉਹਨਾਂ ਨੇ ਆ ਕੇ ਗੁਰੂ ਨਾਨਕ ਬਾਬੇ ਦਾ ਸੰਗ ਮਾਨਿਆ ਔਰ ਅੱਗੇ ਜਾ ਕੇ ਗੁਰੂ ਨਾਨਕ ਦੇ ਇਸ ਸਿਧਾਂਤ ਨੂੰ ਪ੍ਰਚਾਰਿਆ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੀਵਨ ਵਿੱਚ ਅਸੀਂ ਇੱਕ ਅਹਿਮ ਮੋੜ ਪੜ੍ਹਦੇ ਹਾਂ ਕਿ ਜਿਸ ਦਿਨ ਗੁਰੂ ਨਾਨਕ ਬਾਬਾ ਵੇਈ ਨਦੀ ਵਿੱਚ ਗਏ ਨੇ ਤੇ 3 ਦਿਨ ਦੇ ਬਾਅਦ ਪਰਤੇ ਨੇ। ਬੇਸ਼ੱਕ ਸਾਰੇ ਲੋਕਾਂ ਨੇ ਅਨੁਮਾਨ ਲਗਾਏ, ਸਾਰਿਆਂ ਨੇ ਇਹ ਗੱਲ ਕਹਿ ਦਿੱਤੀ ਕਿ ਗੁਰੂ ਨਾਨਕ ਬਾਬੇ ਨੂੰ ਜਾਂ ਤਾਂ ਕੋਈ ਜਾਨਵਰ ਖਾ ਗਿਆ ਤੇ ਜਾਂ ਉਹ ਕਿਤੇ ਡੁੱਬ ਗਏ ਨੇ। ਉਸ ਵੇਲੇ ਭੈਣ ਬੇਬੇ ਨਾਨਕੀ ਨੇ ਇੱਕ ਧੀਰਜ ਰੱਖਿਆ ਤੇ ਇਹ ਕਹਿਣ ਲੱਗੀ, ਮੇਰਾ ਵੀਰ ਇਤਨੀ ਆਸਾਨੀ ਦੇ ਨਾਲ ਨਹੀਂ ਜਾ ਸਕਦੇ, ਉਹ ਮਰਦ ਸੂਰਮਾ ਹੈ, ਉਹ ਜਿੱਥੇ ਵੀ ਗਏ ਹੋਣਗੇ, ਜੋ ਵੀ ਉਹ ਕਰ ਰਹੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਬੇਬੇ ਨਾਨਕੀ ਨੇ ਪਛਾਣ ਚੁੱਕੀ ਸੀ। ਅਸੀਂ ਇਤਿਹਾਸ 'ਚ ਪੜ੍ਹਦੇ ਹਾਂ, ਭਾਈ ਗੁਰਦਾਸ ਜੀ 12 ਵੀ ਕਹਿੰਦੇ ਨੇ, ਭਾਈ ਗੁਰਦਾਸ ਜੀ ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੀ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਨਿਆਈ। ਕਹਿਣ ਲੱਗੇ ਬੜੀ ਭਾਰੀ ਤਪੱਸਿਆ ਗੁਰੂ ਨਾਨਕ ਬਾਬੇ ਨੇ ਕੀਤੀ ਹੈ, ਰੇਤ ਅੱਕ ਆਹਾਰ ਕਰ। ਉੱਥੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਜੋ ਭਾਈ ਗੁਰਦਾਸ ਜੀ ਨੇ ਕਥਨ ਕੀਤੇ ਕਿ ਸੁਰਤ ਜਿਹੜੀ ਸੀ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਚਰਨਾਂ ਵਿੱਚ ਗੁਰੂ ਨਾਨਕ ਬਾਬੇ ਦੀ ਪਹਿਲਾਂ ਸੀ। ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਨੌ ਨਿਧ ਨਾਮ ਗਰੀਬੀ ਗੁਰੂ ਨਾਨਕ ਬਾਬੇ ਨੇ ਆਪਣੇ ਹਿੱਸੇ ਵਿੱਚ ਲੈ ਲਈ। ਤੇ ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਦਿਨ ਵੇਈ ਨਦੀ ਤੋਂ ਵਾਪਸ ਪਰਤੇ ਨਾ, ਪਾਰ ਜੋ ਵੀ ਸਤਿਗੁਰੂ ਜੀ ਨੇ ਕੌਤਕ ਕੀਤੇ, ਜਦੋਂ ਵਾਪਸ ਪਰਤੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਐਲਾਨੀਆ ਕਹਿ ਦਿੱਤੀ, ਨਾ ਕੋ ਹਿੰਦੂ ਨਾ ਮੁਸਲਮਾਨ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਸ਼ਹਿਰ ਵਿੱਚ ਇਹ ਗੱਲ ਫੈਲੀ ਕਿ ਨਾਨਕ ਆਏ ਤੇ ਹਨ, ਪਰ ਆ ਕੇ ਹਿੰਦੂ ਮੁਸਲਮਾਨ ਦੇ ਇਸ ਵਿਤਕਰੇ ਨੂੰ ਖਤਮ ਕਰਨਾ ਚਾਹੁੰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਨਵਾਬ ਦੌਲਤ ਖਾਂ ਕਹਿਣ ਲੱਗੇ, ਜੇ ਕੋਈ ਹਿੰਦੂ ਮੁਸਲਮਾਨ ਦਾ ਤੂੰ ਵਿਤਕਰਾ ਨਹੀਂ ਮੰਨਦਾ, ਚੱਲ ਸਾਡੇ ਨਾਲ ਮਸੀਤ ਵਿੱਚ ਚੱਲ ਕੇ ਸਾਡੇ ਨਾਲ ਤੂੰ ਨਵਾਜ਼ ਪੜ੍ਹ। ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਜਗ੍ਹਾ ਦੇ ਉੱਤੇ ਜਾ ਕੇ ਵੀ ਇੱਕ ਉਪਦੇਸ਼ ਸਾਨੂੰ ਦਿੰਦੇ ਨੇ ਕਿ ਭਾਈ ਜੇ ਅਰਦਾਸ ਵਿੱਚ ਵੀ ਜੁੜਨਾ, ਜੇ ਕਿਸੇ ਧਰਮ ਕਰਮ ਵਿੱਚ ਜੁੜਨਾ ਹੈ ਤੇ ਮਨ ਕਰਕੇ ਸੁਰਤ ਕਰਕੇ ਜੁੜੀ। ਇਹ ਨਾ ਹੋਵੇ ਕਿ ਸਰੀਰ ਹਾਜ਼ਰ ਹੋਵੇ ਮਨ ਹਾਜ਼ਰ ਨਾ ਹੋਵੇ।
ਸਤਿਗੁਰੂ ਜੀ ਦੀ ਉਹ ਸਾਖੀ ਅਸੀਂ ਬਾਰ-ਬਾਰ ਪੜ੍ਹੀ, ਬਾਰ-ਬਾਰ ਉਸ ਨੂੰ ਵਿਚਾਰਿਆ, ਪਰ ਤੱਤ ਕੱਢ ਕੇ ਆਪਣੇ ਕੋਲ ਰੱਖਣ ਦਾ ਯਤਨ ਕਰੀਏ ਕਿ ਜਿਸ ਵੇਲੇ ਸਤਿਗੁਰੂ ਜੀ ਉਹ ਨਵਾਜ਼ ਪੜ੍ਹ ਰਹੇ ਸਨ, ਨਵਾਬ ਨਾਲ ਉਸ ਵੇਲੇ ਮੌਲਵੀ ਨਵਾਜ਼ ਪੜ੍ਹ ਰਹੇ ਸਨ, ਅਤੇ ਸਤਿਗੁਰੂ ਜੀ ਉਹਨਾਂ ਵੱਲ ਵੇਖ ਕੇ ਉਹਨਾਂ ਨੇ ਮੁਸਕਰਾਇਆ ਅਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਤੁਸੀਂ ਸਾਡੀ ਨਵਾਜ਼ ਦਾ ਮਜ਼ਾਕ ਉਡਾ ਰਹੇ ਹੋ। ਸਤਿਗੁਰੂ ਜੀ ਕਹਿੰਦੇ, ਨਾ ਮਜ਼ਾਕ ਮੈਂ ਨਹੀਂ ਉਡਾਇਆ, ਤੁਸੀਂ ਉਡਾ ਰਹੇ ਹੋ। ਕਹਿੰਦੇ, ਤੁਸੀਂ ਨਵਾਜ਼ ਸਾਡੇ ਨਾਲ ਪੜ੍ਹੀ ਨਹੀਂ। ਕਿ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਮੈਂ ਤੁਹਾਡੇ ਨਾਲ ਨਵਾਜ਼ ਨਹੀਂ ਪੜ੍ਹੀ ਤਾਂ ਤੁਸੀਂ ਵੀ ਨਵਾਜ਼ ਨਹੀਂ ਪੜ੍ਹੀ। ਕਹਿੰਦੇ, ਅਸੀਂ ਪੜ੍ਹੀ ਤੇ ਸੀ। ਜਦੋਂ ਗੱਲ ਚੱਲੀ ਤਾਂ ਕਹਿਣ ਲੱਗੇ, ਨਵਾਬ ਸਾਹਿਬ ਤੁਸੀਂ ਤੇ ਕਾਬਲ ਕੰਧਾਰ ਦੇ ਵਿੱਚ ਘੋੜੇ ਖਰੀਦ ਰਹੇ ਸੀ। ਤੇ ਕਾਜੀ ਕਹਿਣ ਲੱਗੇ, ਜੇ ਨਵਾਬ ਘੋੜੇ ਖਰੀਦਦਾ ਸੀ ਤੂੰ ਮੇਰੇ ਨਾਲ ਪੜ੍ਹ ਲੈਣੀ ਸੀ। ਤੇ ਸਤਿਗੁਰੂ ਜੀ ਕਹਿਣ ਲੱਗੇ, ਕਾਜੀ ਸਾਹਿਬ ਤੁਹਾਡੇ ਘਰ ਵੀ ਤੇ ਘੋੜੀ ਸੂਈ ਹੈ, ਤੁਹਾਨੂੰ ਵੀ ਤਾਂ ਇਹਦੇ ਤੋਖਲਾ ਸੀ ਕਿ ਘਰ ਦੇ ਵਿਹੜੇ ਵਿੱਚ ਖੂਹੀ ਹੈ, ਕਿਤੇ ਘੋੜੀ ਬਸ਼ੇਰੀ ਜਿਹੜੀ ਹੈ ਖੂਹੀ ਵਿੱਚ ਨਾ ਡਿੱਗ ਪਵੇ। ਅੰਤਰਜਾਮੀ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਭ ਵਿਦ ਜਾਣਨ ਵਾਲੇ ਹਨ। ਉਹਨਾਂ ਨੇ ਜਿਸ ਵੇਲੇ ਇਹ ਸਾਰਾ ਸਵਾਲ ਜਵਾਬ ਕੀਤੇ ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨੀ ਲੱਗਾ ਨਵਾਬ ਦੌਲਤ ਖਾਂ। ਔਰ ਬਾਬਰ ਨੇ ਵੀ, ਮੈਂ ਇਤਿਹਾਸ ਦੇ ਪੰਨਿਆਂ 'ਚ ਇੱਕ ਗੱਲ ਹੋਰ ਸਾਂਝੀ ਕਰਦਾ ਜਾਵਾਂ, ਬਾਬਰ ਨੇ ਵੀ ਇੱਛਾ ਜ਼ਾਹਿਰ ਕੀਤੀ ਸੀ ਨਵਾਬ ਦੌਲਤ ਖਾਂ ਦੇ ਕੋਲ ਆ ਕੇ ਕਿ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ, ਕਿਉਂਕਿ ਸਤਿਗੁਰੂ ਜੀ ਨੇ ਜਦੋਂ ਦੂਸਰੀ ਵਾਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਹਿਮਦਾਬਾਦ ਜਾਂਦੇ ਨੇ ਅਤੇ ਉੱਥੇ ਦਾ ਉਜਾੜਾ ਹੋ ਚੁੱਕਾ ਸੀ। ਬਾਬਰ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਾਬਰ ਕਰਕੇ ਆਖਿਆ ਸੀ, ਪਾਪ ਕੀ ਜੰਜ ਲੈ ਕਾਬਲ ਨੂੰ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਅਤੇ ਉਹ ਬਾਬਰ ਗੁਰੂ ਨਾਨਕ ਭਾਵੇਂ ਚੱਕੀ ਵੀ ਗੁਰੂ ਨਾਨਕ ਬਾਬੇ ਤੋਂ ਨੇ ਪੀਤੀ ਉਹਦੀ ਜੇਲ੍ਹ ਵਿੱਚ, ਪਰ ਜਿਸ ਵੇਲੇ ਗੁਰੂ ਨਾਨਕ ਦੇ ਨਾਲ ਵਿਚਾਰ ਹੋਈ ਅਤੇ ਗੁਰੂ ਨਾਨਕ ਦੇ ਘਰ ਨੂੰ ਉਹ ਨਤਮਸਤਕ ਹੋਣ ਦੇ ਲਈ ਫਿਰ ਇੱਥੇ ਆਇਆ ਅਤੇ ਉਸਨੇ ਆ ਕੇ ਨਵਾਬ ਦੌਲਤ ਖਾਂ ਨੂੰ ਇਹ ਗੱਲ ਆਖੀ। ਕਹਿਣ ਲੱਗੇ, ਨਵਾਬ ਦੌਲਤ ਖਾਂ ਮੈਂ ਗੁਰੂ ਨਾਨਕ ਦਰਸ਼ਨ ਕਰਨਾ ਚਾਹੁੰਦਾ, ਕੀ ਭੇਟਾਂ ਲੈ ਕੇ ਜਾਵਾਂ। ਅਤੇ ਦੌਲਤ ਖਾਂ ਕਹਿਣ ਲੱਗੇ, ਬਾਬਰ ਤੇਰੇ ਕੋਲ ਹੈ ਕੀ ਹੈ ਦੇਣ ਵਾਸਤੇ। ਗੁਰੂ ਨਾਨਕ ਬਾਬਾ ਤੇ ਲੋਕ ਪਰਲੋਕ ਦਾ ਮਾਲਕ ਹੈ। ਐਸੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਧਰਤੀ ਤੋਂ ਜਪ ਬਾਣੀ ਦਾ ਉਚਾਰਨ ਕਰਕੇ ਜੋ ਇਤਿਹਾਸ ਦੇ ਪੰਨਿਆਂ 'ਚ ਸਾਨੂੰ ਪ੍ਰਾਪਤ ਹੁੰਦਾ, ਦੁਨੀਆ ਦੀ ਝੋਲੀ 'ਚ ਪਾਇਆ। ਅਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਐਸੇ ਹੀ ਅਸਥਾਨ ਦੇ ਉੱਤੋਂ ਸੁਲਤਾਨਪੁਰ ਲੋਧੀ, ਜੋ ਉਸ ਵੇਲੇ ਵਕਤ ਦਾ ਸਭ ਤੋਂ ਵੱਡਾ ਐਜੂਕੇਸ਼ਨ ਸੈਂਟਰ ਸੀ, ਇਸਲਾਮਿਕ ਪੜ੍ਹਾਈ ਦਾ ਕੇਂਦਰ ਸੀ, ਜਿੱਥੇ ਵੱਡੇ ਵਿਦਵਾਨ ਆ ਕੇ ਪੜ੍ਹਾਉਂਦੇ ਸਨ, ਉਹਨਾਂ ਦੇ ਨਾਲ ਗੁਪਤਗੂ ਕਰਕੇ, ਗੋਸ਼ਟੀਆਂ ਕਰਕੇ ਉਹਨਾਂ ਨੂੰ ਸਤਨਾਮ, ਇੱਕ ਰੱਬ ਪਰਮਾਤਮਾ ਪਰਮੇਸ਼ਵਰ ਦੀ ਨਾਮ ਦਾਨ ਦ੍ਰਿੜ ਕਰਵਾਇਆ। ਔਰ ਸਤਿਗੁਰੂ ਜੀ ਨੇ ਇਸੇ ਜਗ੍ਹਾ ਦੇ ਉੱਤੋਂ ਇੱਕ ਪ੍ਰਯੋਜਨ ਬਣਾਇਆ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲੁਖਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚੁਲਾਈ, ਅਤੇ ਫਿਰ ਚੜ੍ਹਿਆ ਸੋਧਨ ਧਰਤ ਲੁਕਾਈ। ਸਾਰੀ ਧਰਤੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਉਦਾਸੀ ਦਾ ਭੇਖ ਬਣਾ ਕੇ ਜੋ ਪ੍ਰਚਾਰ ਫੇਰੀਆਂ ਦੇ ਲਈ ਨਿਕਲੇ ਨੇ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ 3 ਪ੍ਰਚਾਰ ਫੇਰੀਆਂ ਵੱਡੀਆਂ, ਇੱਕ ਛੋਟੀ ਜੋ ਅਸੀਂ ਇਤਿਹਾਸ ਦੇ ਪੰਨਿਆਂ ਵਿੱਚ ਪੜ੍ਹਦੇ ਹਾਂ। ਉਹਨਾਂ ਦਾ ਜ਼ਿਕਰ ਵੱਖ-ਵੱਖ ਰੂਟ ਮੈਪ ਲੈ ਕੇ ਕੀਤਾ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਚੱਲੇ ਨੇ ਅਤੇ ਭਾਈ ਮਰਦਾਨਾ ਜੀ ਨੂੰ ਉਸੇ ਹੀ ਨਗਰ ਦੇ ਵਸਨੀਕ ਭਾਈ ਫਿਰੰਦੇ ਦੇ ਕੋਲੋਂ ਰਵਾਬ ਲੈ ਕੇ ਦਿੱਤੀ ਹੈ, ਜਿਹਦੇ ਪੈਸੇ ਬੇਬੇ ਨਾਨਕੀ ਨੇ ਆਪ ਤਾਰੇ ਨੇ। ਔਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਲੈ ਕੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਦਾਸੀ ਕੀ ਰੀਤ ਚਲਾਈ। ਇਹ ਸਤਿਗੁਰੂ ਜੀ ਨੇ ਇਹ ਰੀਤਾਂ ਸ਼ੁਰੂ ਕੀਤੀਆਂ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਚਾਰ ਫੇਰੀਆਂ ਵੱਲ ਨਿਕਲੇ ਨੇ। ਔਰ ਉਸੇ ਹੀ ਸੁਲਤਾਨਪੁਰ ਦੇ ਵਿੱਚ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਨਵਾਬ ਦੌਲਤ ਖਾਨ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਰੀਦ ਬਣੇ ਸਨ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜੋ ਉਹਨਾਂ ਨੇ ਬੜਾ ਫੋਰਸ ਕੀਤਾ, ਕਹਿਣ ਲੱਗੇ ਭਾਈ ਇਸ ਸਥਾਨ ਨੂੰ ਛੱਡ ਕੇ ਨਾ ਜਾਓ, ਕਿਉਂਕਿ ਜਦੋਂ ਰਾਏ ਬੁਲਾਰ ਨੇ ਜਿਸ ਵੇਲੇ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਉਣਾ ਕਰਦੇ ਨੇ ਅਤੇ ਰਾਏ ਬੁਲਾਰ ਨੇ ਵੀ ਇਹ ਗੱਲ ਆਖੀ ਕਿ ਨਾਨਕ ਤੁਸੀਂ ਇੱਥੇ ਬਸੋ। ਔਰ ਕਮਾਲ ਦੀ ਗੱਲ ਇਹ ਹੋਈ ਇਤਿਹਾਸ ਦੇ ਪੰਨਿਆਂ ਵਿੱਚ ਕਿ ਆਪਣੇ ਪੁਰਖਾਂ ਦਾ ਨਾਮ ਛੱਡ ਕੇ, ਆਪਣਾ ਸਭ ਕੁਝ ਛੱਡ ਕੇ, ਆਪਣੀ ਸਾਰੀ ਜਿਹੜੀ ਜ਼ਮੀਨ ਜਾਇਦਾਦ ਸੀ, ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਮ ਲਗਾ ਕੇ ਅਤੇ ਉਸ ਧਰਤੀ ਦਾ ਨਾਂ ਦੇ ਦਿੱਤਾ ਨਨਕਾਣਾ ਸਾਹਿਬ, ਜਿੱਥੇ ਅੱਜ ਆਪਾਂ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਨਤਮਸਤਕ ਹੁੰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ
ਨੇ ਇਸ ਪਾਸੇ ਵੀ ਜਦੋਂ ਸੁਲਤਾਨਪੁਰ ਦੇ ਵਿੱਚ ਨਵਾਬ ਦੌਲਤ ਖਾਂ ਗੁਰੂ ਨਾਨਕ ਬਾਬੇ ਦਾ ਮੁਰੀਦ ਬਣਿਆ ਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਹਿ ਦਿੱਤਾ ਉਸਨੇ ਵੀ ਕਿ ਤੁਸੀਂ ਇਹ ਸਥਾਨ ਛੱਡ ਕੇ ਨਾ ਜਾਓ। ਪਰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਜੋ ਕਹਿਣ ਲੱਗੇ, ਇਹ ਦੁਨੀਆ ਜਿਹੜੀ ਹੈ ਸੜ ਰਹੀ ਹੈ, ਬਲ ਰਹੀ ਹੈ, ਇਹਨੂੰ ਇੱਕ ਰੱਬ ਪਰਮਾਤਮਾ ਪਰਮੇਸ਼ਵਰ ਦੀ ਜ਼ਰੂਰਤ ਹੈ, ਇਸ ਨੂੰ ਗੁਰੂ ਦੀ ਲੋੜ ਹੈ ਜੋ ਪ੍ਰਭੂ ਦੇ ਨਾਲ ਇਹਨਾਂ ਨੂੰ ਜੋੜ ਸਕੇ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਅਸਥਾਨ ਦੇ ਵਿੱਚੋਂ ਸਤਿਗੁਰੂ ਜੀ ਨੇ ਉਦਾਸੀਆਂ ਦਾ ਪ੍ਰਚਾਰ ਫੇਰੀਆਂ ਦਾ ਜੋ ਇੱਕ ਕਾਰਿਆਕਰਮ ਬਣਾਇਆ, ਜਿਹਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪਹਿਲੀ ਪ੍ਰਚਾਰ ਫੇਰੀ 1507 ਦੇ ਵਿੱਚ ਆਰੰਭ ਕੀਤੀ ਔਰ ਭਾਈ ਮਰਦਾਨੇ ਨੂੰ ਨਾਲ ਲੈ ਕੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਨਾਲ ਲੈ ਕੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਵੱਖ-ਵੱਖ ਰੂਟ ਮੈਪ ਸਨ ਉਹਨਾਂ ਦੇ ਉੱਤੇ ਸਤਿਗੁਰੂ ਨਾਨਕ ਸਾਹਿਬ ਜੀ ਗਏ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਪਹਿਲੀ ਪ੍ਰਚਾਰ ਫੇਰੀ ਕੀਤੀ, ਇਹਦੇ ਵਿੱਚ ਸਾਰੇ ਹਿੰਦੂ ਜਿਤਨੇ ਵੀ ਤੀਰਥ ਸਨ ਉਹਨਾਂ ਦੇ ਉੱਤੇ ਜਾ ਕੇ ਜਿਹੜੇ ਕਰਮਕਾਂਡ ਉਹਨਾਂ ਜਗ੍ਹਾ ਦੇ ਉੱਤੇ ਹੋ ਰਹੇ ਸਨ, ਸਤਿਗੁਰੂ ਜੀ ਨੇ ਉਹਨਾਂ ਤੋਂ ਵਰਜ ਕੇ ਤੇ ਕੋਸ਼ਿਸ਼ ਕੀਤੀ ਕਿ ਭਾਈ ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਪਾਇਆ ਜਾਏ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਅਗਲੇ ਦੀਵਾਨਾਂ ਦੇ ਵਿੱਚ ਆਪਾਂ ਯਤਨ ਕਰਾਂਗੇ ਕਿ ਇਹ ਜਿਹੜੀਆਂ ਪ੍ਰਚਾਰ ਫੇਰੀਆਂ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੁੱਖ ਉਪਦੇਸ਼ ਗੁਰਬਾਣੀ ਰੂਪ ਵਿੱਚ ਦਿੱਤੇ ਉਹਨਾਂ ਨੂੰ ਵਿਚਾਰਨ ਦਾ, ਅਤੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਧਰਮ ਆਗੂਆਂ ਨਾਲ ਗੋਸ਼ਟੀਆਂ ਕੀਤੀਆਂ, ਜੋ ਸਤਿਗੁਰੂ ਜੀ ਨੇ ਵਿਚਾਰ ਵਟਾਂਦਰੇ ਕੀਤੇ, ਉਸ ਨੂੰ ਅਸੀਂ ਅਗਲੇ ਆਉਣ ਵਾਲੇ ਦੀਵਾਨਾਂ ਦੇ ਵਿੱਚ ਸਾਂਝਾ ਕਰਦਾ ਜਾਵਾਂਗੇ। ਸੋ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਸ਼ਬਦ ਆਪ ਦੇ ਨਾਲ ਸਾਂਝਾ ਕੀਤਾ ਸੀ ਕਿ ਜੇ ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਕੋਏ। ਜੇ ਭਲਿਆ ਮਿਕਤਾਰ ਹੋਵੇਗੀ ਚਾਂਦੀ ਦੀ ਤੇ ਸਿੱਕਾ ਵੀ ਬਿਲਕੁਲ ਅਸੀਂ ਕਹਿ ਦਿੰਦੇ ਹਾਂ ਸ਼ੁੱਧ ਹੈ, ਇਹ ਸਹੀ ਹੈ, ਇਹ ਖੋਟਾ ਨਹੀਂ ਹੈ, ਖਰਾ ਹੈ। ਤੇ ਬੰਦਿਆ ਜੇ ਤੇਰੇ ਅੰਦਰ ਰੱਬੀ ਗੁਣ ਹੋਣਗੇ ਤੇ ਜੇ ਗੁਣਾਂ ਦੇ ਨਾਲ ਸਾਂਝ ਪਾ ਰਹੇ ਆ ਤੇ ਤੂੰ ਵੀ ਭਲਿਆ ਰੱਬ ਪਰਮਾਤਮਾ ਪਰਮੇਸ਼ਵਰ ਦਾ ਹੁਕਮੀ ਬੰਦਾ ਹੈ। ਉਹਨੂੰ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਅੱਗੇ ਪਹਿਲੀ ਪੰਕਤੀ ਸਾਂਝ ਪਾਉਂਦੇ ਨੇ, ਕਾਇਆ ਕਾਗਦ ਮਨ ਪਰਵਾਨਾ, ਸਿਰ ਕੇ ਲੇਖ ਨ ਪੜੇ ਇਆਨਾ। ਕਹਿਣ ਲੱਗੇ ਕਾਇਆ ਕਾਗਦ ਮਨ ਪਰਵਾਨਾ, ਇਹ ਕਹਿੰਦੇ ਆਪਣੇ ਜੀਵਨ ਦੀ ਇਹ ਜਿਹੜਾ ਤਰੀਕਾ ਆਇਆ ਹੈ ਨਾ, ਇਸ ਨੂੰ ਕਾਗਜ਼ ਬਣਾ ਤੇ ਮਨ ਪਰਵਾਨਾ ਕਰ, ਤੇ ਫਿਰ ਉੱਥੋਂ ਜਿਹੜੇ ਤੇਰੇ ਜੀਵਨ ਦੇ ਵਿੱਚ ਰੁਮਕ ਆਵੇਗੀ, ਸਿਰ ਕੇ ਲੇਖ ਨਾ ਪੜੇ ਇਆਨਾ। ਇਹ ਬੰਦਿਆ ਆਪਣੇ ਜਿਹੜੇ ਜੀਵਨ ਦੇ ਕਰਮਾਂ ਦੇ ਨਾਲ ਤੇਰੇ ਲੇਖ ਬਣਨੇ ਨੇ ਉਸ ਨੂੰ ਵੀ ਪੜ੍ਹਨਾ ਕਰਿਆ ਕਰ, ਕਿਉਂਕਿ ਦਰਗਾਹ ਘੜੀਏ ਤੀਨੇ ਲੇਖ। ਦਰਗਾਹ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੀ ਹਜ਼ੂਰੀ ਦੇ ਵਿੱਚ ਹੀ ਤੇਰੇ ਇਹ ਲੇਖ ਪਰਿਪੂਰਨ ਹੋ ਸਕਦੇ ਨੇ। ਦਰਗਾਹ ਘੜੀਏ ਤੀਨੇ ਲੇਖ, ਖੋਟਾ ਕਾਮ ਨਾ ਆਵੇ ਵੇਖ। ਜੇ ਖੋਟੇ ਕੰਮ ਕਰੇਗਾ ਭਲਿਆ, ਖੋਟੇ ਕਰਮ ਕਰੇਗਾ, ਕਿਸੇ ਵੀ ਕੰਮ ਆਉਣ ਵਾਲੇ ਨਹੀਂ ਹਨ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਧਰਮ ਦੇ ਆਗੂਕਾਰ ਉਸ ਵੇਲੇ ਸਨ ਉਹਨਾਂ ਨੂੰ ਸੰਬੋਧਨ ਕਰਕੇ ਵੀ ਗੁਰੂ ਨਾਨਕ ਬਾਬੇ ਨੇ ਸਮਝਾਉਣ ਦਾ ਯਤਨ ਕੀਤਾ ਕਿ ਜੇ ਕਾਦੀ ਦੀ ਉਹਦਾ ਸਭ ਤੋਂ ਵੱਡਾ ਗੁਣ ਹੈ ਇਨਸਾਫ, ਕਿਉਂਕਿ ਇਨਸਾਫ ਦੀ ਕੁਰਸੀ 'ਤੇ ਬੈਠਾ ਸੀ, ਤੇ ਜੇ ਇਨਸਾਫ ਨਹੀਂ ਕਰ ਰਿਹਾ ਤੇ ਭਲਿਆ ਆਪਣੇ ਫਰਜ਼ ਦੇ ਨਾਲ ਉਹ ਵਫਾਦਾਰੀ ਨਹੀਂ ਨਿਭਾ ਰਿਹਾ। ਸਤਿਗੁਰੂ ਜੀ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ। ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਤਿੰਨਾਂ ਨੇ ਸਾਰੇ ਸਮਾਜ ਵਿੱਚ ਉਜਾੜਾ ਪਾਇਆ ਸੀ। ਸਤਿਗੁਰੂ ਜੀ ਨੇ ਸਮਝਾਉਣ ਦਾ ਯਤਨ ਕੀਤਾ ਕਿ ਜੋਗੀ ਕਿਹੋ ਜਿਹਾ ਚਾਹੀਦਾ, ਕਾਜੀ ਕਿਹੋ ਜਿਹਾ ਚਾਹੀਦਾ, ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਤੇ ਬ੍ਰਾਹਮਣ ਕਿਹੋ ਜਿਹਾ ਹੋਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਸੋ ਜੋਗੀ ਜੋ ਜੁਗਤ ਪਛਾਣੇ, ਜਿਹਨੂੰ ਜੀਵਨ ਜੀਣ ਦੀ ਜਾਂਚ ਆ ਗਈ ਉਹ ਅਸਲ ਵਿੱਚ ਜੋਗੀ ਹੈ। ਗੁਰੂ ਪ੍ਰਸਾਦੀ ਇੱਕੋ ਜਾਣੇ, ਗੁਰੂ ਦੀ ਕਿਰਪਾ ਦੇ ਨਾਲ ਸਭ ਦੇ ਵਿੱਚ ਇੱਕ ਰੱਬ ਪਰਮਾਤਮਾ ਪਰਮੇਸ਼ਵਰ ਨੂੰ ਵੇਖਦਾ, ਸਮੁੱਚੀ ਸ੍ਰਿਸ਼ਟੀ ਨੂੰ ਇੱਕ ਪਰਮਾਤਮਾ ਪਰਮੇਸ਼ਵਰ ਦਾ ਵਿਧਾਨ ਸੰਵਿਧਾਨ ਵਿੱਚ ਰੱਖ ਕੇ ਵੇਖਣ ਦਾ ਯਤਨ ਕਰਦਾ। ਤੇ ਸਤਿਗੁਰੂ ਜੀ ਕਹਿੰਦੇ ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੇ। ਅਸਲ ਵਿੱਚ ਕਾਜੀ ਉਹ ਹੈ ਜਿਹੜਾ ਬੁਰਾਈ ਛੱਡ ਕੇ ਉਸ ਪਾਸਿਓਂ ਮੂੰਹ ਮੋੜ ਲੇ ਤੇ ਗੁਰ ਪ੍ਰਸਾਦੀ ਜੀਵਤ ਮਰੇ। ਗੁਰੂ ਦੀ ਕਿਰਪਾ ਨਾਲ ਗੁਰੂ ਦੇ ਬਚਨਾਂ ਦੇ ਉੱਤੇ ਰੱਬ ਪਰਮਾਤਮਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੱਲੇ, ਆਪਣੇ ਅੰਦਰ ਦੇ ਵਿਕਾਰ ਖਤਮ ਕਰ ਦੇਵੇ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਅਸਲ 'ਚ ਬ੍ਰਾਹਮਣ ਕੌਣ ਹੈ? ਗੁਰੂ ਨਾਨਕ ਬਾਬਾ ਕਹਿਣ ਲੱਗੇ ਜਿਹੜਾ ਬ੍ਰਹਮ ਦੀ ਪਹਿਚਾਣ ਕਰਦਾ ਹੈ, ਬ੍ਰਹਮ ਦੀ ਵਿਚਾਰ ਕਰਦਾ ਹੈ। ਦਾਨਿਸ਼ਵੰਦ ਸੋਈ ਦਿਲ ਧੋਵੈ। ਅਸਲ ਦੇ ਵਿੱਚ ਦਾਨਿਸ਼ਵੰਦ ਉਹ ਹੈ ਜਿਹੜਾ ਆਪਣੇ ਮਨ ਨੂੰ ਧੋ ਲੈਂਦਾ। ਮੁਸਲਮਾਨ ਸੋਈ ਮਲ ਖੋਵੈ। ਅਸਲ ਦੇ ਵਿੱਚ ਮੁਸਲਮਾਨ ਕੋ ਹੈ
ਕਿਹੜਾ ਹੈ? ਜਿਹੜਾ ਆਪਣੇ ਮਨ ਦੀ ਮੈਲ ਧੋਂਦਾ ਹੈ। ਪੜ੍ਹਿਆ ਬੂਝੇ ਸੋ ਪ੍ਰਵਾਨ, ਜਿਸ ਸਿਰ ਦਰਗਾਹ ਕਾ ਨਿਸ਼ਾਨ। ਜਿਸ ਨੇ ਇਸ ਵਿਚਾਰ ਨੂੰ ਪੜ੍ਹ ਲਿਆ, ਸਮਝ ਲਿਆ, ਉਹਦੇ ਮੱਥੇ ਦੇ ਉੱਤੇ ਇੱਕ ਨਿਸ਼ਾਨ ਆ ਜਾਂਦਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਜਿੱਥੇ ਉਹਨਾਂ ਦਾ ਆਪਾਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਜੀਵਨ ਪ੍ਰਥਾਏ ਅਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਕੁਝ ਹਵਾਲੇ ਲੈ ਕੇ ਵਿਚਾਰ ਕਰਨ ਦਾ ਇਹੀ ਕਰ ਰਹੇ ਹਾਂ। ਸਤਿਗੁਰੂ ਜੀ ਰਹਿਮਤ ਕਰਨ, ਸੀਸ ਤੇ ਮੇਰਾ ਭਰਿਆ ਹੱਥ ਰੱਖਣ। ਔਰ ਇੱਕ ਬਾਣੀ ਚੈਨਲ ਦਾ ਇਹ ਬੇਅੰਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਤੇ ਇਸ ਵਿਚਾਰ ਨੂੰ ਘਰ ਘਰ ਵਿੱਚ ਪੁਜਾ ਰਹੇ ਨੇ। ਸੋ ਅਗਲੇ ਜੋ ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੋ ਜੀਵਨ ਦੀਆਂ ਉਦਾਸੀਆਂ ਹਨ, ਪ੍ਰਚਾਰ ਫੇਰੀਆਂ ਹਨ, ਉਹਨਾਂ 'ਤੇ ਵਿਚਾਰ ਕਰਨ ਦੀ ਹਿਆ ਕਰਾਂਗੇ। ਇਤਨੀ ਬੇਨਤੀ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।